खोल किताब नो हिंदू बड़ा ते मुस्लिम नोई बाबा आखे हाजिया शुभ अमला वाजो दोनों जुग जुग अटल खंडा ब्रह्मंडा दे मालिक चवर शतर ताकतां ते प्रकाशवान शब्द स्वरूप धन धन साहिब श्री गुरु ग्रंथ साहिब जी महाराज जी की पवित्र ते निगी गोद विच जुड़ बैठी गुरु प्यारी साध संगत जी एकाग्रता बख्शो फतेह बुलाओ जी। वाहेगुरु जी का खालसा वाहेगुरु जी की फतेह। असी सारे ही बहुत बड़भागे हाँ जो धन धन साहिब श्री गुरु ग्रंथ साहिब महाराज जी ने सानू अपनी गोद बख्शिश की है, अपनी गोद विच बिठाया है। जिन्हां जिन्हां ते भी सतगुरु जी उठे हन प्रसन्न होए हन तिन्हां तिन्हां दे कदम अपने घरां विचों चला के अपनी गोद विच लिया के बिठाया है। जिन्हां ते प्रसन्न होए हन बहुत बड़े भाग हो तां जाके साध संगत मिलती है। बट भागी हर संगत पावै भागहीन भ्रम झोटा खावै। बिन भागा सतसंग न लभै बिन संगत मैल भरी जै जियो। बहुत बड़े भाग होड़
ਤਾਂ ਜਾ ਕੇ ਸਾਧ ਸੰਗਤ ਗੁਰੂ ਦੀ ਗੋਦੀ ਸਾਨੂੰ ਨਸੀਬ ਹੁੰਦੀ ਹੈ। ਇਸ ਲਈ ਜਿੰਨੇ ਵੀ ਜੁੜ ਬੈਠੇ ਹੋ, ਇਹ ਸਾਡੇ ਸ਼ੁਭ ਕਰਮ ਪ੍ਰਗਟ ਹੋਏ ਹਨ। ਸਤਿਗੁਰੂ ਜੀ ਸਾਡੇ ਤੇ ਤੁੱਠੇ ਹਨ, ਪ੍ਰਸੰਨ ਹੋਏ ਹਨ, ਤਾਂ ਸਾਨੂੰ ਆਪਣੀ ਗੋਦ ਵਿੱਚ ਲਿਆ ਕੇ ਬਿਠਾਇਆ ਹੈ। ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਥਾਨ ਤੇ ਜਿੱਥੇ ਆਪਣੇ ਮੁਬਾਰਕ ਚਰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਏ ਹਨ, ਧਰਤੀ ਨੂੰ ਭਾਗ ਲਾਏ ਹਨ, ਪਵਿੱਤਰ ਕੀਤਾ ਹੈ। ਇਸ ਜਗ੍ਹਾ ਨੂੰ ਅੱਜ ਅਸੀਂ ਸਾਰੇ ਨਤਮਸਤਕ ਹੋ ਰਹੇ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਸ ਜਗ੍ਹਾ ਵੀ ਸਤਿਗੁਰ ਜੀ ਆ ਕੇ ਬੈਠ ਜਾਂਦੇ ਹਨ, ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ। ਸੰਤਾਂ ਆ ਕੇ ਉਸ ਜਗ੍ਹਾ ਨੂੰ, ਜਿੱਥੇ ਇਸ ਜਗ੍ਹਾ ਤੇ ਕਦੀ ਵੀ ਕਿਸੇ ਨੇ ਮੱਥਾ ਨਹੀਂ ਟੇਕਿਆ, ਗੱਡੀਆਂ ਖੜੀਆਂ ਕਰਦੇ ਹੋਣਗੇ, ਅੱਜ ਇਸ ਜਗ੍ਹਾ ਤੇ ਮੱਥਾ ਟੇਕ ਰਹੇ ਹਾਂ। ਜਗ੍ਹਾ ਭਾਗਾਂ ਵਾਲੀ ਹੋ ਗਈ ਹੈ। ਜਿਹੜਾ ਵੀ ਆ ਕੇ ਮੱਥਾ ਟੇਕਦਾ ਹੈ, ਸਤਿਗੁਰੂ ਜੀ ਦੀ ਗੋਦ ਵਿੱਚ ਬੈਠਦਾ ਹੈ, ਉਹ ਜੀਵ ਹਰੇ ਭਰੇ ਖੁਸ਼ਹਾਲ ਆਨੰਦਿਤ ਹੋ ਜਾਂਦੇ ਹਨ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਨ, ਆ ਕੇ ਉਹਨਾਂ ਦੇ ਹਿਰਦੇ ਹਰੇ ਭਰੇ ਆਨੰਦਿਤ ਹੋ ਜਾਂਦੇ ਹਨ। ਅੱਜ ਅਸੀਂ ਇਸ ਜਗ੍ਹਾ ਜੁੜ ਬੈਠ ਸਤਿਗੁਰੂ ਜੀ ਦੀ ਗੋਦ ਵਿੱਚ ਉਸ ਨਿਰੰਕਾਰ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਜੀ, ਜਿਨ੍ਹਾਂ ਨੇ ਕਲਯੁਗ ਦੇ ਅੰਦਰ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਰੂਪ ਅੰਦਰ ਪ੍ਰਕਾਸ਼ ਧਾਰਨ ਕੀਤਾ, ਇੱਕ ਆਕਾਰ ਬਣਾ ਕੇ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਦੇ ਅੰਦਰ, ਇਸ ਮੰਡਲ ਦੇ ਅੰਦਰ ਧਰਤੀ ਦੀ ਪੁਕਾਰ ਨੂੰ ਸੁਣ ਕੇ ਪਰਮ ਪਿਤਾ ਪਰਮਾਤਮਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਰੂਪ ਦਾ ਧਾਰਨ ਕਰਕੇ ਰਾਏ ਭੋਏ ਦੀ ਤਲਵੰਡੀ ਦੇ ਅੰਦਰ 1469 ਈਸਵੀ ਨੂੰ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਪ੍ਰਕਾਸ਼ ਧਾਰਨ ਕੀਤਾ। ਕੇਵਲ ਤੇ ਕੇਵਲ ਮਿਸ਼ਨ ਕੀਸ ਦਾ ਅਕਾਲ ਪੁਰਖ ਦਾ ਇਸ ਸ੍ਰਿਸ਼ਟੀ ਦੇ ਉੱਤੇ ਪ੍ਰਕਾਸ਼ ਧਾਰਨ ਕਰਨ ਦਾ, ਕਿਉਂਕਿ ਜਿਹੜੀ ਲੋਕਾਈ ਸੀ, ਜਿਹੜੀ ਮਨੁੱਖਤਾ ਸੀ, ਉਹ ਪਰਮ ਪਿਤਾ ਪਰਮਾਤਮਾ ਦੀ ਹੋਂਦ ਨੂੰ ਭੁੱਲ ਗਈ ਸੀ। ਪਰਮ ਪਿਤਾ ਪਰਮਾਤਮਾ ਦੇ ਸਰੂਪ ਨੂੰ ਭੁੱਲ ਗਈ ਸੀ ਕਿ ਉਹ ਜੋ ਪਰਮ ਪਿਤਾ ਪਰਮਾਤਮਾ ਨਿਰਗੁਣ ਹੈ, ਸਰਗੁਣ ਹੈ, ਨਿਰੰਕਾਰ ਹੈ, ਸੁਰਨ ਹੈ, ਸਮਾਧੀ ਹੈ, ਉਹ ਅਕਾਲ ਪੁਰਖ ਨੂੰ ਭੁੱਲ ਕੇ ਲੋਕ ਤੀਰਥਾਂ ਨੂੰ ਹੀ ਰੱਬ ਮੰਨੀ ਬੈਠੇ ਹਨ, ਦਰਖਤਾਂ ਨੂੰ ਰੱਬ ਮੰਨੀ ਬੈਠੇ ਹਨ, ਦਰਖਤਾਂ ਦੀ ਪੂਜਾ ਕਰੀ ਜਾਂਦੇ ਹਨ, ਕਬਰਾਂ ਦੀ ਪੂਜਾ, ਇੱਟਾਂ ਪੱਥਰਾਂ ਦੀ ਪੂਜਾ ਕਰੀ ਜਾਂਦੇ ਹਨ, ਸੱਚ ਨੂੰ ਭੁੱਲ ਗਏ ਹਨ, ਸ਼ਬਦ ਨੂੰ ਭੁੱਲ ਗਏ ਹਨ। ਤੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਰੂਪ ਅੰਦਰ ਫਿਰ ਪ੍ਰਗਟ ਹੋ ਕੇ ਫਿਰ ਇਸ ਸੰਸਾਰ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਇੱਕ ਜਗ੍ਹਾ ਨਹੀਂ ਬੈਠੇ। ਆਪਣੇ ਜੀਵਨ ਦੇ 70 ਸਾਲਾਂ ਦੇ ਵਿੱਚੋਂ 25 ਸਾਲ ਆਪ ਇਸ ਸ੍ਰਿਸ਼ਟੀ ਦੇ ਉੱਤੇ ਚਾਰੇ ਦਿਸ਼ਾਵਾਂ ਵੱਲ, ਪੂਰਬ ਪੱਛਮ ਉੱਤਰ ਦੱਖਣ, ਚਾਰੇ ਦਿਸ਼ਾਵਾਂ ਵੱਲ ਪੈਦਲ ਚੱਲ ਸੱਚ ਦਾ ਹੋਕਾ ਦਿੱਤਾ। ਜਿੱਥੇ ਵੀ ਅਗਿਆਨਤਾ ਹੁੰਦੀ ਸੀ, ਉੱਥੇ ਜਾ ਕੇ ਗਿਆਨ ਬਖਸ਼ਿਸ਼ ਕੀਤਾ। ਆਪ ਜੀਆਂ ਨੇ 4 ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਜਦੋਂ ਇੱਕ ਵਾਰੀ ਘਰੋਂ ਨਿਕਲੇ ਪੂਰਬ ਵੱਲ ਨੂੰ ਤੇ 13 ਸਾਲ ਮੁੜ ਕੇ ਵਾਪਸ ਘਰ ਨਹੀਂ ਆਏ। 13 ਸਾਲ ਪੈਦਲ ਚੱਲਦੇ ਰਹੇ, ਅੱਗੇ ਤੋਂ ਅੱਗੇ। ਜਦੋਂ ਫਿਰ ਦੂਸਰੀ ਉਦਾਸੀ ਦੱਖਣ ਵੱਲ ਨੂੰ ਆਰੰਭ ਕੀਤੀ ਸੀ, ਘਰੋਂ ਚੱਲੇ 6 ਸਾਲ, ਫਿਰ ਚੱਲਦੇ ਗਏ, 6 ਸਾਲ ਬਾਅਦ ਵਾਪਸ ਆਏ ਸਨ। ਤੀਜੀ ਉਦਾਸੀ 2 ਸਾਲ ਦੀ ਉੱਤਰ ਵੱਲ ਨੂੰ ਹਿਮਾਲਿਆ ਪਰਬਤ ਵੱਲ ਜਾਣਾ, ਤੇ ਚੌਥੀ ਉਦਾਸੀ ਜੋ ਆਪ ਜੀ ਪੰਕਤੀਆਂ ਸਰਵਣ ਕਰ ਰਹੇ ਹੋ, ਇਹ ਜੋ ਪੱਛਮ ਵੱਲ ਨੂੰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਅਰਬ ਪ੍ਰਦੇਸ਼ ਹਨ, ਜਿਹਨੂੰ ਅਸੀਂ ਅਰਬ ਕੰਟਰੀ ਬੋਲਦੇ ਹਾਂ, ਇਰਾਨ, ਇਰਾਕ, ਫਰਾਂਸ, ਇੱਧਰ ਅੱਗੇ ਜਿਹੜਾ
सऊदी अरब है, इधर नूं जाना। गुरु नानक देव महाराज जी गए हैं चौथी उदासी जो 4 साल की सी। आप जी जदों ये पंक्तियां सरवण कर रहे हो, ये उस समय दियां हन जदों गुरु नानक देव महाराज जी मक्के की धरती ते जाते हैं। मक्का एक मसीत है, सऊदी अरब के अंदर है। इत्थे मुसलमानों का सब तो पवित्र स्थान गिणिया गया है। इत्थे मुसलमान अपनी जिंदगी दे विच एक बार भी जान का सुभाग समा प्राप्त हो जाए, अपने बड़े भाग समझते हैं जीवन के अंदर एक बार हज करन जान का मौका मिल जाए। सऊदी अरब मक्के जाके मसीह दे विच उन्हां नूं अपना पूजा करन का समा मिल जाए, अपने आप को बहुत बड़े भाग समझते हैं। पर उसदे विच एक गिरावट है। गिरावट की है कि वो मत जदों मक्के की धरती के उत्ते जाता है, हज करन जाता है, जिहड़े हाजी जाते हैं वो जिहड़ा परम पिता परमात्मा एक है, सर्वव्यापक है, हर जगह मौजूद है। कोई ऐसी जगह नहीं, कोई ऐसा खंड ब्रह्मांड नहीं है जिथे परमात्मा की होंद ना होवे। वो केवल एक जगह ते ही वो सऊदी अरब के अंदर मक्के मसीह के अंदर ही रब नूं सच समझ बैठते हैं कि केवल ते केवल रब जिहड़ा साडा अल्लाह ताला है इसे जगह ही है, होर किसी जगह नहीं है। ते गुरु नानक देव महाराज जी ने उन्होंने सच का ज्ञान देने वास्ते, उन्होंने भुलेखा दूर करने वास्ते, देखो भारत हिंदुस्तान तो सऊदी अरब कितना दूर है। उस वक्त कोई गड्डियां मोटर काफले नहीं होंदे सी, लोग पैदल ही चल के उस जगह तक पहुंचते सन। बड़ा लंबा पेंडा तय करना पैंदा सी पैदल चल 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 के। गुरु नानक देव महाराज जी भाई मरदाना जी नूं नाल लैके उस सऊदी अरब शहर के अंदर मक्के की मसीत के अंदर पहुंचते हैं। ऐन उस तरह जिस तरह हाजी अपने वस्त्र पहन के एक पहरावा पहन के हज करन जाते हैं। कहते हैं गुरु नानक देव महाराज जी ने भी अपना भेस ऐन उसी तरह बना लिया। बाबा फिर मक्के गया, नील वस्त्र धारे बनवारी, आसा हथ किस्ताब कश, पूजा वंग मुसला धारी, बैठा जाए मसीत विच जिथे हाजी हज गुजारी। कहते हैं उन्होंने जिस तरह हाजी नीले कपड़े पा के उत्थे पहुंचते हैं, जिहड़ा वस्त्र जिस तरह का भी पहरावा बना के भेस बना के पहुंचते हैं गुरु नानक देव जी। ते भाई मरदाना जी ने भी अपना उसी तरह ही भेस बना के उस मसीत विच पहुंचते हैं, जाके बैठ जाते हैं। इतिहास अंदर जिक्र आता है कि थके हुए गुरु नानक देव महाराज जी जो सारा दिन सफर किया है, रात को सौंदे हैं। बैठा जाए मसीत विच जिथे हाजी हज गुजारी, जां बाबा सुता रात को बल महराबे पाए पसारी। गुरु नानक देव महाराज जी थके हारे रात को जो विश्राम करन लगते हैं, सुते पे हैं। ते जिहड़ा उत्थे दा काजी है जिसका नाम इतिहास अंदर जीवन आता है, कहते हैं जीवन काजी घूमदा घूमदा जो जिथे गुरु नानक देव महाराज जी विश्राम कर रहे सन, जो उत्थे पहुंचा की देखता है। कहते हैं कोई व्यक्ति साडे खुदा के घर वाल नूं पैर करके सुता पिया है। एक किहड़ा कुफर है, इसनूं पता नहीं साडे अल्लाह ताला इधर नूं बसदा है, साडे अल्लाह ताला के घर वाल नूं पैर करके सुता पिया है। ये किहड़ा अनजान व्यक्ति है। कहते हैं जीवन मारी लत दी किहड़ा सुता कुफर कफारी। इतिहास अंदर भाई गुरदास जी अपनी बात सानू बख्शिश करते हैं। कहते हैं कि उस जीवन ने गुस्से में आके गुरु नानक देव महाराज से लत मारी। कहते हैं फुट मारिया, केड़ा तू अनजान बंदा सुता पिया, तेन पता नहीं इधरले पासे साडा अल्लाह ताला है, इत्थे बसदा है। गुरु नानक देव महाराज जी जिहड़े ज्ञान बख्शिश करन गए सन,
कहते हैं है भाई ਸਾਨੂੰ ਤਾਂ ਪਤਾ ਨਹੀਂ, ਅਸੀਂ ਥੱਕੇ ਹਾਰੇ ਸੌ ਗਏ ਹਾਂ, ਤੇਰਾ ਅੱਲਾਹ ਤਾਲਾ ਕਿੱਧਰਲੇ ਪਾਸੇ ਹੈ, ਜਿੱਧਰ ਤੇਰਾ ਅੱਲਾਹ ਤਾਲਾ ਨਹੀਂ ਹੈ ਸਾਡੇ ਪੈਰ ਉਧਰ ਨੂੰ ਕਰਦੇ। ਤੇ ਇਤਿਹਾਸ ਅੰਦਰ ਭਾਈ ਗੁਰਦਾਸ ਜੀ ਲਿਖਦੇ ਹਨ, ਕਹਿੰਦੇ ਹਨ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਖਾਰੀ। ਕਹਿੰਦੇ ਨੇ ਉਸ ਜੀਵਨ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੈਰਾਂ ਤੋਂ ਫੜ ਕੇ ਘੁਮਾਉਣਾ ਸ਼ੁਰੂ ਕਰ ਦਿੱਤਾ। ਮੱਕੇ ਦੇ ਦੂਜੇ ਪਾਸੇ ਨੂੰ ਪੈਰ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਕੀ ਦੇਖਦਾ ਹੈ, ਜਿੱਧਰ ਨੂੰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੈਰ ਘੁਮਾਉਂਦਾ ਹੈ ਉਹਨੂੰ ਉਧਰ ਹੀ ਮੱਕਾ ਨਜ਼ਰ ਆਉਣ ਲੱਗ ਜਾਂਦਾ ਹੈ। ਕਿਉਂਕਿ ਅਕਾਲ ਪੁਰਖ ਉਹ ਪਰਮ ਪਿਤਾ ਪਰਮਾਤਮਾ ਦੇ ਚਰਨ ਸਨ, ਜਿਸ ਦਾ ਉਹ ਜ਼ਿਕਰ ਕਰ ਰਿਹਾ ਸੀ ਕਿ ਅੱਲਾਹ ਤਾਲਾ ਰੱਬ ਇੱਧਰ ਹੈ। ਉਹ ਰੱਬ ਦੇ ਤਾਂ ਪੈਰ ਘੁਮਾਉਣ ਲੱਗਾ ਹੋਇਆ ਸੀ। ਜਦੋਂ ਰੱਬ ਦੇ ਪੈਰ ਘੁਮਾਉਂਦਾ ਹੈ, ਰੱਬ ਹਰ ਇੱਕ ਪਾਸੇ ਉਸਨੂੰ ਅੱਲਾਹ ਹਰ ਇੱਕ ਪਾਸੇ ਹੀ ਨਜ਼ਰ ਆਉਂਦਾ ਹੈ। ਜਿਸ ਨੇ ਆਪਣਾ ਪੂਰਾ ਜ਼ੋਰ ਲਾ ਲਿਆ, ਜੀਵਨ ਨੇ ਪੂਰਾ ਜ਼ੋਰ ਲਾ ਲਿਆ ਘੁਮਾ ਕੇ ਦੇਖਣ ਦਾ, ਜਿਸ ਵੇਲੇ ਹਰ ਇੱਕ ਪਾਸੇ ਉਸਨੂੰ ਉਹ ਮਸੀਤ ਹੀ ਮਸੀਤ ਨਜ਼ਰ ਆਈ ਗਈ ਤੇ ਫਿਰ ਉਹ ਚਰਨਾਂ ਤੇ ਢਹਿ ਪਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਤੇ ਫਿਰ ਇਹ ਕੌਤਕ ਦੇਖ ਕੇ ਉੱਥੇ ਦੇ ਹੋਰ ਜਿੰਨੇ ਵੀ ਕਾਜੀ ਮੁੱਲਾ ਸੀ ਉੱਥੇ ਇਕੱਠੇ ਹੋ ਗਏ। ਦੇਖਦੇ ਹਨ ਕਿ ਇਹ ਤਾਂ ਕੋਈ ਸਾਡੇ ਅੱਲਾਹ ਤਾਲਾ ਦਾ ਹੀ ਰੂਪ ਅੱਜ ਸਾਡੇ ਇਸ ਧਰਤੀ ਤੇ ਪ੍ਰਗਟ ਹੋਇਆ ਹੈ। ਫਿਰ ਆਪਣੇ ਧਰਮ ਦੀ ਕਿਤਾਬ ਕੱਢ ਕੇ ਪੁੱਛਦੇ ਹਨ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋ ਦੋਨੋਂ ਰੋਈ। ਕਹਿੰਦੇ ਸਾਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਤੁਸੀਂ ਸਾਡੇ ਅੱਲਾਹ ਤਾਲਾ ਦਾ ਹੀ ਰੂਪ ਹੋ, ਲੇਕਿਨ ਸਾਨੂੰ ਇੱਕ ਗੱਲ ਸਮਝਾ ਦਿਓ, ਇਸ ਦੁਨੀਆ ਦੇ ਉੱਤੇ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਕਹਿੰਦੇ ਹਨ ਜੇ ਤੁਹਾਡੇ ਅਮਲ ਪ੍ਰੈਕਟੀਕਲੀ ਜੀਵਨ ਨਹੀਂ ਹੈ, ਤੁਹਾਡਾ ਕੱਲਾ ਮੱਤ ਧਾਰਨ ਵਾਲੇ ਵੀ ਮੈਂ ਹਿੰਦੂ ਹਾਂ, ਮੈਂ ਹਿੰਦੂ ਦਾ ਮੱਤ ਧਾਰਨ ਕਰ ਲਿਆ, ਲੇਕਿਨ ਦਿਲ ਦੇ ਵਿੱਚ ਈਰਖਾ ਵਕੀਲੀ ਨਿੰਦਿਆ ਚੁਗਲੀ ਝੂਠ ਫਰੇਬੀ ਠੱਗੀ ਸਾਰੀਆਂ ਹੀ ਹਨ, ਤੇਰਾ ਹਿੰਦੂ ਬਣਿਆ ਪ੍ਰਵਾਨ ਨਹੀਂ ਹੈ। ਇਸੇ ਤਰ੍ਹਾਂ ਹੀ ਮੁਸਲਮਾਨ ਬਣਿਆ ਪ੍ਰਵਾਨ ਨਹੀਂ ਹੈ। ਜਿੰਨਾ ਚਿਰ ਜੀਵਨ ਅਮਲੀ ਨਹੀਂ ਹੁੰਦਾ, ਜੀਵਨ ਦੇ ਅੰਦਰ ਗਿਆਨ ਨਹੀਂ ਆਉਂਦਾ, ਨਾ ਹਿੰਦੂ ਵੱਡਾ ਹੈ ਨਾ ਮੁਸਲਮਾਨ। ਉਸ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਕੇਵਲ ਹਿੰਦੂ ਬਣ ਕੇ ਕੇਵਲ ਮੁਸਲਮਾਨ ਬਣ ਕੇ ਪ੍ਰਵਾਨ ਨਹੀਂ ਹੋਣਾ। ਤੁਹਾਡੇ ਉੱਥੇ ਅਮਲ ਦੇਖੇ ਜਾਣੇ ਹਨ, ਪ੍ਰੈਕਟੀਕਲ ਜੀਵਨ ਦੇਖਿਆ ਜਾਣਾ ਹੈ। ਇਹ ਗਿਆਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਫਿਰ ਕਾਜੀ ਮੁੱਲਾ ਨੂੰ ਬਖਸ਼ਿਸ਼ ਕੀਤਾ, ਜੋ ਆਪ ਜੀ ਸਰਵਣ ਕਰ ਰਹੇ ਹੋ। ਬਾਬਾ
शुभ अमला वाजो दोनों रोई, हिंदू मुसलमान दोए डर गए अंदर लैन न ढोई, कच्चा रंग कसुंभदा पानी धोता थिर नार होई। कहते हैं जिहड़ा तुहाडा ये मत धारण कीता पहरावा है, ये इस तरह है जिस तरह कसुंभ दा फुल हुंदा है। कसुंभ दा फुल बहुत सूहा लाल